ਇੱਕ ਓੰਕਾਰ ਸਤ ਗੁਰ ਪ੍ਰਸਾਦਿ ਵਿਸਰ ਨਾਹੀ ਦਤਾਰ ਆਪਣਾ ਨਾਮ ਦੇਹੋ ਗੁਣੀ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਸੋ ਗੁਰ ਕਿਰਪਾ ਦੁਆਰਾ ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਅੱਜ ਦਾ ਜੋ ਸਾਹਿਬ ਦਾ ਬਚਨ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਕਿ ਜਿਹੜਾ ਏਕੰਕਾਰ ਹੈ ਉਹ ਸਦਾ ਸੱਚ ਸਰੂਪ ਹੈ। ਉਹੀ ਆਦ ਜੁਗਾਦ ਜੁਗ ਹੈ, ਜੁਗ ਪੂਰਾ ਪਰਮੇਸ਼ਰ ਹੈ। ਜੋ ਗੁਰਬਾਣੀ ਦੇ ਅੰਦਰ ਅੰਗ 397 ਦੇ ਉੱਪਰ ਇਹ ਪੰਕਤੀ ਦਰਜ ਹੈ, ਉਸ ਏਕੰਕਾਰ ਪਰਮੇਸ਼ਰ ਨੂੰ ਹੀ ਅਨਾਦ ਆਖਿਆ ਜਾਂਦਾ ਹੈ। ਕਿਉਂਕਿ ਜਿਹੜਾ ਏਕੰਕਾਰ ਹੈ ਉਹ ਆਦ ਤੋਂ ਵੀ ਪਰੇ ਹੈ। ਭਾਵ ਆਦ ਵੀ ਇੱਕ ਸਮੇਂ ਦੀ ਇਕਾਈ ਹੈ। ਸਮਾਂ ਸ਼ੁਰੂ ਹੁੰਦਾ ਹੈ, ਉਦੋਂ ਤੋਂ ਆਦ ਲੱਗਦਾ ਹੈ। ਆਦ ਸੱਚ ਤੋਂ ਭਾਵ ਜਦੋਂ ਏਕੰਕਾਰ ਸਮੇਂ ਵਿੱਚ ਆਇਆ ਤਾਂ ਸੱਚ ਤਾਂ ਹੈ ਹੀ ਜੋਤੀ, ਪਰ ਨਾਲ ਅਨਾਦ ਤੋਂ ਆਦ ਲੱਗ ਗਿਆ। ਅਨਾਦ ਮਾਇਆ ਤੋਂ ਰਹਿਤ ਹੁੰਦਾ ਹੈ, ਆਦ ਸੱਚ ਵੇਲੇ ਮਾਇਆ ਪ੍ਰਗਟ ਰੂਪ ਵਿੱਚ ਹੁੰਦੀ ਹੈ। ਜਦੋਂ ਅਨਾਦ ਹੁੰਦਾ ਉਦੋਂ ਮਾਇਆ ਗੁਪਤ ਰੂਪ ਵਿੱਚ ਪ੍ਰਗਟ ਹੁੰਦੀ ਹੈ। ਸੋ ਗੁਰਬਾਣੀ ਦੇ ਅੰਦਰ ਬਚਨ ਹੈ ਕਿ ਮਾਇਆ ਬ੍ਰਹਮ ਰਵੈ ਸਦ ਸੰਗ, ਕਿ ਜਿਹੜੀ ਮਾਇਆ ਹੈ ਉਹ ਵੀ ਬ੍ਰਹਮ ਦੇ ਅੰਦਰ ਹੀ ਸਮਾਈ ਹੁੰਦੀ ਹੈ। ਜਿਹੜੀ ਜੋਤੀ ਦੇ ਅੰਦਰ ਮਾਇਆ ਦੀ ਇੱਛਾ ਪ੍ਰਗਟ ਹੋ ਗਈ ਉਹੀ ਸਹਿ ਭੰਗ ਹੋਈ। ਜਿਹੜੀ ਜੋਤੀ ਨੇ ਆਪਣੇ ਅੰਦਰ ਮਾਇਆ ਦੀ ਇੱਛਾ ਨਹੀਂ ਪ੍ਰਗਟ ਕੀਤੀ ਉਹ ਏਕੰਕਾਰ ਹੈ, ਉਹੀ ਨਿਰੰਕਾਰ ਹੈ। ਸੋ ਆਦ ਸੱਚ ਉਸ ਜੋਤ ਤੋਂ ਸ਼ੁਰੂ ਹੁੰਦਾ ਜੋ ਮਾਇਆ ਵਿੱਚ ਆਈ ਹੋਈ ਹੈ। ਭਾਵ ਕਿ ਜਿਹੜਾ ਭਵ ਸਾਗਰ ਦੇ ਅੰਦਰ ਜਿੰਨੀਆਂ ਵੀ ਜੋਤੀਆਂ ਹਨ, ਇਹਨਾਂ ਦਾ ਆਦ ਹੈ। ਭਾਵ ਕਿ ਜੋਤੀ ਦਾ ਆਦ ਨਹੀਂ ਹੁੰਦਾ, ਨਾ ਜੋਤੀ ਦਾ ਕੋਈ ਅੰਤ ਹੁੰਦਾ। ਆਤਮਾ ਅਮਰ ਹੈ। ਭਾਵ ਕਿ ਜਿਹੜਾ ਉਹਦਾ ਧਿਆਨ ਹੈ, ਜਦੋਂ ਤੋਂ ਧਿਆਨ ਮਾਇਆ 'ਚ ਆ ਗਿਆ ਉਦੋਂ ਤੋਂ ਸਮਾਂ ਸ਼ੁਰੂ ਹੋ ਗਿਆ, ਤੇ ਸਮੇਂ ਦੇ ਅੰਦਰ ਫਿਰ ਜੋਤੀ ਚੱਲਦੀ ਹੈ। ਤੇ ਜੇ ਸਮੇਂ ਤੋਂ ਬਾਹਰ ਚਲੇ ਜਾਵੇ, ਕਾਲ ਤੋਂ ਅਕਾਲ ਬਣ ਜਾਵੇ, ਫਿਰ ਇੱਕ ਹੋ ਸਕਦਾ ਹੈ। ਜੇ ਸਮੇਂ ਦੇ ਅੰਦਰ ਹੀ ਰਹਿ ਗਿਆ, ਕਾਲ ਕਲਪਨਾ ਛੱਡੀ ਹੋਈ ਨਾ, ਮਾਇਆ ਦੀ ਭੁੱਖ ਅੰਦਰੋਂ ਗਈ ਹੋਈ ਨਾ, ਇੱਛਾ ਗਈ ਹੋਈ ਨਾ, ਉਹਨਾਂ ਚਿਰ ਫਿਰ ਇਹ ਭਵ ਸਾਗਰ ਵਿੱਚ ਹੀ ਰਹੇਗਾ। ਸੋ ਇਸੇ ਤਰ੍ਹਾਂ ਹੀ ਅੱਗੇ ਪਾਤਸ਼ਾਹ ਬਚਨ ਕਰਦੇ ਆ, ਜੁਗ ਆਦ ਸੱਚ, ਕਿ ਉਹੀ ਆਦ ਹੈ ਜਿਹੜਾ ਉਹ ਸਮੇਂ ਦੇ ਅੰਦਰ ਵੀ ਹੈ। ਉਹ ਸਮਾਂ ਜੁਗ ਪਲਸ ਆਦ, ਉਹੀ ਜੋਤੀ ਆਦ ਵਾਲੀ ਜੁਗ ਦੁਆਰਾ ਜੁੜਨ ਲਈ ਸੱਚ ਦੇ ਨਾਲ ਇਸ ਭਵ ਸਾਗਰ ਵਿੱਚ ਮਾਇਆ ਨਾਲ ਜੁੜੀ ਹੋਈ ਹੈ। ਭਾਵ ਜੋਤ ਦਾ ਧਿਆਨ ਮਨ ਮਾਇਆ 'ਚ ਹੈ। ਮਨ ਮਾਇਆ में फद रहो
ਉਹੀ ਗੱਲ ਨੂੰ ਨੌਵੇਂ ਪਾਤਸ਼ਾਹ ਕਹਿੰਦੇ, ਮਾਇਆ ਵਿੱਚ ਜੋਤ ਸੱਚ ਆਈ ਜ਼ਰੂਰ ਹੈ, ਇਹ 'ਚ ਕੋਈ ਸ਼ੱਕ ਨਹੀਂ, ਪਰ ਉਹ ਮਾਇਆ ਵਿੱਚ ਲਿਪਤ ਨਹੀਂ ਹੈ। ਉਸ ਦਾ ਧਿਆਨ ਮਾਇਆ ਵਿੱਚ ਜ਼ਰੂਰ ਹੈ। ਭਾਵ ਕਿ ਜਿਹੜੀ ਜੋਤੀ ਹੈ ਉਹ ਮਾਇਆ ਦੇ ਅੰਦਰ ਹੈ ਜ਼ਰੂਰ, ਮਾਇਆ ਵਿੱਚ ਰਹਿ ਕੇ ਵੀ ਉਹ ਮਾਇਆ ਦਾ ਰੂਪ ਨਹੀਂ ਧਾਰਨ ਕਰਦੀ। ਸਿਰਫ ਇੰਨੀ ਕੁ ਕਮੀ ਜ਼ਰੂਰ ਆ ਜਾਂਦੀ ਹੈ ਕਿ ਜਿੰਨੀਆਂ ਜੋਤੀਆਂ ਹੈ ਮੇਰੇ ਮਨਾ, ਜਿਵੇਂ ਤੇਰੇ ਹਿਰਦੇ ਅੰਦਰ ਜੋਤੀ ਹੈ, ਉਹਦਾ ਜਿਹੜਾ ਧਿਆਨ ਹੈ, ਉਹਦੀ ਜਿਹੜੀ ਇੱਛਾ ਹੈ, ਉਹਦਾ ਜਿਹੜਾ ਸ਼ਬਦ ਹੈ, ਉਹਦਾ ਜਿਹੜਾ ਹੁਕਮ ਹੈ, ਉਹ ਮਾਇਆ ਦਾ ਹੈ। ਤੇਰੇ ਅੰਦਰ ਹਰ ਵੇਲੇ ਮਾਇਆ ਦੀ ਇੱਛਾ ਹੈ, ਰੂਪ ਕੋਈ ਵੀ ਧਾਰਨ ਕਰ ਲਵੇ। ਭਾਵ ਕਿ ਤੂੰ ਇਸ ਧਰਤੀ ਦੇ ਉੱਪਰ ਆਪਣਾ ਕੁਝ ਬਣਾਉਣਾ ਚਾਹੁੰਦਾ, ਆਪਣੀ ਪਕੜ ਰੱਖਣੀ ਚਾਹੁੰਦਾ, ਇੱਥੋਂ ਪਕੜ ਛੱਡਣੀ ਨਹੀਂ ਚਾਹੁੰਦਾ। ਜਿੰਨਾ ਚਿਰ ਤੂੰ ਇੱਥੋਂ ਪਕੜ ਛੱਡਦਾ ਨਹੀਂ, ਉਨਾ ਚਿਰ ਤੈਨੂੰ ਸੱਚ ਦੀ ਸੋਝੀ ਨਹੀਂ ਆਵੇਗੀ। ਈਵਨ ਕਿ ਤੈਨੂੰ ਗੁਰਬਾਣੀ ਦੀ ਸੋਝੀ ਵੀ ਨਹੀਂ ਆਵੇਗੀ। ਗੁਰਬਾਣੀ ਤੂੰ ਪੜ੍ਹੀ ਬਹੁਤ ਜਾਏਗਾ, ਗੁਰਬਾਣੀ ਦੀ ਸੇਵਾ ਬਥੇਰੀ ਕਰ ਦੇਗਾ, ਪਰ ਤੈਨੂੰ ਉਹ ਸੋਝੀ ਨਹੀਂ ਆਵੇਗੀ ਜਿੰਨਾ ਚਿਰ ਤੂੰ ਪਕੜ ਨਹੀਂ ਛੱਡਦਾ। ਪਕੜ ਛੱਡੇ ਤੋਂ ਬਿਨਾਂ ਬ੍ਰਹਮ ਬਾਰੇ ਨਹੀਂ ਪਤਾ ਲੱਗਣਾ। ਤਾਂ ਹੀ ਪਾਤਸ਼ਾਹ ਬਾਰ-ਬਾਰ ਕਹਿੰਦੇ ਆ ਕਿ ਹੁਣ ਤੇਰੇ ਕੋਲ ਸਮਾਂ ਹੈ, ਅਜੋਂ ਕਿਛ ਵਿਗੜਿਓ ਨਾਹੀਂ, ਹਜੇ ਵੀ ਕੁਛ ਨਹੀਂ ਵਿਗੜਿਆ। ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰ, ਆਪਣੀ ਸੋਚ ਨੂੰ, ਆਪਣੇ ਮਨ ਨੂੰ, ਆਪਣੇ ਧਿਆਨ ਨੂੰ ਪਿੱਛੇ ਖਿੱਚ। ਧਿਆਨ ਹੀ ਮਨ ਮਾਇਆ ਦੇ ਵਿੱਚ ਹੈ। ਜਿਵੇਂ ਆਪਾਂ ਵੀ ਕਈ ਵਾਰ ਕਹਿ ਦਿੰਦੇ ਹਾਂ ਵੀ ਤੂੰ ਇੱਥੇ ਬੈਠਾ, ਤੇਰਾ ਧਿਆਨ ਕਿੱਥੇ? ਇਹਦੇ ਮੈਂ ਦੋ ਚੀਜ਼ਾਂ ਹੋ ਗਈਆਂ, ਇੱਕ ਤਾਂ ਵਿਅਕਤੀ ਬੈਠਾ, ਇੱਕ ਉਹਦਾ ਧਿਆਨ ਹੋ ਗਿਆ। ਇਸੇ ਤਰ੍ਹਾਂ ਜਿਹੜੀ ਜੋਤੀ ਹੈ ਉਹ ਮੂਲ ਸਰੂਪ ਹੈ, ਜੋਤੀ ਦਾ ਧਿਆਨ ਮਾਇਆ 'ਚ ਜਾਂਦਾ ਹੈ। ਜਿਵੇਂ ਪਾਤਸ਼ਾਹ ਕਹਿੰਦੇ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਉਦੋਂ ਰਾਮ ਸੰਪੂਰਨ ਹੈ, ਪੂਰਾ ਪ੍ਰਭ ਹੈ, ਜਦੋਂ ਉਹ ਆਪਣੀ ਜੋਤ ਨੂੰ ਪਿੱਛੇ ਖਿੱਚ ਲੈਂਦਾ ਹੈ। ਤੇ ਜਿੰਨਾ ਚਿਰ ਜੋਤ ਨਹੀਂ ਪਿੱਛੇ ਖਿੱਚਦਾ, ਉਹਨਾਂ ਚਿਰ ਫਿਰ ਜਾਤ ਨਾਲ ਜੁੜਿਆ ਰਹਿੰਦਾ ਹੈ। ਤੇ ਜਦੋਂ ਜਾਤ ਤੋਂ ਜੋਤ ਪਿੱਛੇ ਖਿੱਚਦਾ, ਫਿਰ ਉਹ ਨਿਰਾਕਾਰ ਬਣਦਾ ਹੈ। ਫਿਰ ਉਹੀ ਅਵਸਥਾ ਉਹਦੀ ਅਨਾਦ ਵਾਲੀ ਆ ਜਾਂਦੀ ਹੈ। ਸੋ ਆਦ ਸੱਚ ਕਿ ਜਿਹੜੀ ਜੋਤੀ ਹੈ ਉਹ ਹੁਣ ਵੀ ਸੱਚ ਸਰੂਪ ਹੀ ਹੈ। ਭਾਵੇਂ ਉਹ ਮਾਇਆ ਦੇ ਵਿੱਚ ਆ ਗਈ, ਭਾਵੇਂ ਹੀਰਾ ਚਿੱਕੜ ਵਿੱਚ ਡਿੱਗ ਪਿਆ, ਪਰ ਹੀਰੇ ਦੀ ਕੀਮਤ ਉਨੀ ਓ ਰਹਿਣੀ ਹੈ। ਹਾਂ, ਉਨਾ ਸਮਾਂ ਉਹ ਚਿੱਕੜ 'ਚ ਪਿਆ, ਉਹਦੇ ਤੇ ਕਿਸੇ ਦੀ ਨਿਗਾਹ ਨਹੀਂ ਜਾਂਦੀ। ਇਸੇ ਤਰ੍ਹਾਂ ਉਨਾ ਚਿਰ ਹੈ ਮੇਰੇ ਮਨਾਂ, ਤੂੰ ਸੱਚਖੰਡ ਦੀ ਨਿਗਾਹ ਵਿੱਚ ਨਹੀਂ ਚੜ੍ਹੇਗਾ ਜਿੰਨਾ ਚਿਰ ਤੂੰ ਚਿੱਕੜ 'ਚੋਂ ਬਾਹਰ ਨਹੀਂ ਆਉਂਦਾ। ਹੁਣ ਚਿੱਕੜ 'ਚੋਂ ਬਾਹਰ ਤੈਨੂੰ ਆਪ ਆਉਣਾ ਪਵੇਗਾ, ਕਿਉਂਕਿ ਤੇਰਾ ਹੀ ਧਿਆਨ ਬਾਹਰ ਆ ਨਾ। ਤੂੰ ਹੀ ਚਿੱਕੜ 'ਚ ਹੀਰਾ ਸਿੱਟਿਆ, ਹੁਣ ਹੀਰੇ ਨੂੰ ਬਾਹਰ ਕੱਢ ਲੈ। ਬਾਹਰ ਕੱਢ ਕੇ ਸਾਫ਼ ਕਰ, ਦੇਖਣ ਵਾਲਿਆਂ ਦੀ ਨਿਗਾਹ 'ਚ ਪੈ ਜਾਣਾ, ਉਹਨਾਂ ਨੇ ਮੁੱਲ ਪਾ ਦੇਣਾ। ਤੂੰ ਮਨ ਨੂੰ ਆਪਣੇ ਨੂੰ ਮਾਇਆ 'ਚੋਂ ਬਾਹਰ ਕੱਢ, ਸੱਚਖੰਡ ਨੂੰ ਦ੍ਰਿਸ਼ਟੀ 'ਚ ਆ ਜਾਣਾ, ਉਹਨਾਂ ਨੇ ਮੁੱਲ ਪਾ ਦੇਣਾ। ਉਹਨਾਂ ਦੀ ਨਿਗਾਹ ਚੜ੍ਹੇਗਾ। ਉਨਾ ਚਿਰ ਨਹੀਂ ਨਿਗਾਹ ਚੜ੍ਹਦਾ ਜਿੰਨਾ ਚਿਰ ਤੂੰ ਮਾਇਆ ਵਿੱਚ ਫਸਿਆ ਹੋਇਆ। ਭਾਵੇਂ ਲੱਖ ਗੁਰਬਾਣੀ ਪੜ੍ਹ, ਗੁਰਬਾਣੀ ਆਪ ਕਹਿੰਦੀ ਹੈ, ਪੜ੍ਹਿਆ ਨਾਹੀ ਭੇਦ ਬੁੱਝਿਆ ਪਾਵਨ, ਕਿ ਬੁਝਾਰਤ ਬੁੱਝਣੀ ਪਵੇਗੀ, ਫਿਰ ਕਿਤੇ ਜਾ ਕੇ ਜੀਵਨ ਦੀ ਸੋਝੀ ਆਵੇਗੀ। ਸੋ ਧਿਆਨ ਵਾਪਸ ਖਿੱਚ ਲੈ, ਫਿਰ ਉਹੀ ਅਵਸਥਾ ਜਿਹੜੀ ਹੈਗੀ ਅਨਾਦ ਵਾਲੀ, ਸੱਚਖੰਡ ਵਾਲੀ ਪ੍ਰਾਪਤ ਹੋ ਜਾਵੇਗੀ। ਸੋ ਹੈ ਵੀ ਸੱਚ। ਪਾਤਸ਼ਾਹ ਕਹਿੰਦੇ ਏਕ ਓਂਕਾਰ ਸਦਾ ਹੀ ਸੱਚ ਹੈ, ਜੋਤੀ ਸਦਾ ਹੀ ਸੱਚ ਹੈ, ਉਸ ਉੱਤੇ ਕਿਸੇ ਵੀ ਸਮੇਂ ਦਾ ਅਸਰ ਨਹੀਂ ਹੁੰਦਾ। ਭਾਵ ਕਿ ਜਿਹੜੀ ਸਾਡੇ ਅੰਦਰ ਵੀ ਜੋਤੀ ਆਈ ਹੈ, ਸਮੇਂ ਦਾ ਇਹ 'ਤੇ ਵੀ ਕੋਈ ਅਸਰ ਨਹੀਂ ਹੈ। ਸਮੇਂ ਦਾ ਅਸਰ ਬਾਹਰਲੇ ਸਰੀਰ 'ਤੇ ਹੈ। ਬਾਹਰਲਾ ਸਰੀਰ ਸਮੇਂ ਨਾਲ ਜਵਾਨ ਹੁੰਦਾ, ਬੁੱਢਾ ਹੁੰਦਾ, ਪਰ ਜੋਤੀ ਦਾ ਨਹੀਂ ਹੈ। ਜੋਤੀ 'ਤੇ ਅਸਰ ਪੈਂਦਾ ਭਰਮ ਦਾ। ਜੋਤੀ ਨੂੰ ਸਿਰਫ ਭਰਮ ਘੇਰ ਸਕਦਾ, ਹੋਰ ਕੋਈ ਚੀਜ਼ ਨਹੀਂ ਘੇਰਦੀ। ਭਰਮ ਕੀ ਹੈ ਕਿ ਆਪ ਸੱਚ ਸਰੂਪ ਹੈ, ਮੰਨਦਾ ਕਿਸੇ ਹੋਰ ਨੂੰ ਹੈ। ਆਪਣੇ ਆਪ ਨੂੰ ਮੰਨਣ ਦੀ ਬਜਾਏ ਕਿਸੇ ਹੋਰ ਤੇ ਭਰੋਸਾ ਕਰਦਾ ਹੈ, ਹੋਰ ਨੂੰ ਰੱਬ ਮੰਨਦਾ ਹੈ, ਹੋਰ ਨੂੰ ਵੱਡਾ ਮੰਨਦਾ, ਹੋਰ ਦਾ ਸਤਿਕਾਰ ਕਰਦਾ, ਆਪਣਾ ਆਪ ਨਹੀਂ ਜਾਣਦਾ। ਗੁਰਬਾਣੀ ਕਹਿੰਦੀ ਹੈ ਤੂੰ ਆਪਣੇ ਆਪ ਨੂੰ ਜਾਣ, ਮੰਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਪਰ ਅੱਜ ਧਰਮ ਦੀ ਸਿੱਖਿਆ 'ਚ ਇਹ ਦਿੱਤਾ ਜਾਂਦਾ ਵੀ ਤੁਸੀਂ ਕਿਸੇ ਨੂੰ ਜਾਣੋ, ਕਿਸੇ ਦਾ ਧਿਆਨ ਕਰੋ, ਕਿਸੇ ਦੀ ਸੇਵਾ ਕਰੋ, ਜਦ ਕਿ ਦੂਜੇ ਦੀ ਸੰਭਾਲ ਹੋ ਸਕਦੀ ਹੈ।
ਦੂਜੇ ਦੀ ਸੇਵਾ ਨਹੀਂ ਹੋ ਸਕਦੀ। ਗੁਰ ਕੀ ਸੇਵਾ ਸ਼ਬਦ ਵਿਚਾਰ ਹੈ, ਜਿਹੜੀ ਦਰਗਾਹ 'ਚ ਪ੍ਰਵਾਨਿਤ ਹੈ। ਗੁਰਬਾਣੀ ਨੇ ਬਾਰ-ਬਾਰ ਆਖਿਆ, ਮਾਨਸ ਕੀ ਟੇਕ ਸਭ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਏਕਾ ਕਰ ਕਹਿੰਦੇ ਆਪਣੇ ਮੂਲ ਨਾਲ, ਫਿਰ ਤੂੰ ਭਾਗਿਆਵਾਨ ਬਣੇਗਾ। ਪਰ ਜਿੰਨਾ ਚਿਰ ਤੂੰ ਆਪਣੇ ਆਪ ਦਾ ਏਕਾ ਨਹੀਂ ਕਰਦਾ, ਆਤਮਾ ਪ੍ਰਾਤਮਾ ਇੱਕ ਨਹੀਂ ਹੁੰਦੀਆਂ, ਉਹਨਾਂ ਚਿਰ ਤੈਨੂੰ ਪਰਮਾਰਥ ਬਾਰੇ ਨਹੀਂ ਪਤਾ ਲੱਗੇਗਾ। ਤੂੰ ਸੁਣੀ ਸੁਣਾਈ ਰੀਤ ਨੂੰ ਮੰਨੇਗਾ ਤੇ ਉਹਨਾਂ ਰੀਤਾਂ ਦੇ ਵਿੱਚ ਤੂੰ ਖੜਾ ਰਹੇਗਾ, ਅੱਗੇ ਤੂੰ ਵੱਧ ਨਹੀਂ ਸਕਦਾ। ਸਗੋਂ ਉਹਨਾਂ ਰੀਤਾਂ ਨੂੰ ਮੰਨਣਾ ਤੇਰੇ ਅੰਦਰ ਡਰ ਹੋਊਗਾ। ਹੇ ਮੇਰੇ ਮਨਾ, ਅੱਜ ਜੇ ਤੂੰ ਗੁਰਬਾਣੀ ਪੜ੍ਹਦਾ ਵੀ ਤੂੰ ਡਰਦਾ ਮਾਰਾ ਪੜ੍ਹਦਾ ਕਿ ਗੁਰਬਾਣੀ ਗਲਤ ਨਾ ਪੜ੍ਹੀ ਜਾਵੇ, ਝੂਠੇ ਹੱਥ ਨਾ ਲੱਗ ਜਾਣ, ਆ ਨਾ ਹੋ ਜਾਵੇ, ਉਹ ਨਾ ਹੋ ਜਾਵੇ। ਜਦੋਂ ਤੇਰੇ ਅੰਦਰ ਡਰ ਹੈ, ਫਿਰ ਤੂੰ ਇਹ ਤੋਂ ਪ੍ਰਾਪਤ ਕੀ ਕਰੇਗਾ? ਤੂੰ ਇਸ ਡਰ ਨੂੰ ਆਪਣੀ ਸ਼ਰਧਾ ਦਾ ਰੂਪ ਦੇ ਲਿਆ ਜਾਂ ਪ੍ਰੇਮ ਦਾ ਰੂਪ ਦੇ ਲਿਆ। ਇਹ ਨਹੀਂ ਹੈ। ਡਰ ਇਸ ਚੀਜ਼ ਦਾ ਰੱਖਣਾ ਸੀ ਕਿ ਮਨ ਮਾਇਆ 'ਚ ਨਾ ਚਲਾ ਜਾਵੇ, ਮਨ ਕੋਈ ਇੱਛਾ ਨਾ ਪੈਦਾ ਕਰ ਲਵੇ, ਮਨ ਗੁਰਬਾਣੀ ਤੋਂ ਬਾਹਰ ਨਾ ਚਲਾ ਜਾਵੇ। ਇਹ ਡਰ ਹੈ ਦਰਗਾਹ 'ਚ ਪ੍ਰਵਾਨਿਤ। ਪਰ ਹੇ ਮੇਰੇ ਮਨਾ, ਹੁਣ ਤੂੰ ਆਪਣੇ ਅੰਦਰ ਝਾਤੀ ਮਾਰ, ਤੂੰ ਕਿਹੜੀ ਗੱਲੋਂ ਡਰਦਾ ਹੈ? ਜੇ ਅੱਖਰ ਅੱਗੇ ਪਿੱਛੇ ਬੋਲਿਆ ਗਿਆ ਤਾਂ ਗੁਰਬਾਣੀ ਤਾਂ ਕਹਿੰਦੀ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਪਾਣੇ, ਭਾਵ ਕਿ ਤੈਨੂੰ ਸੋਝੀ ਹੋਣੀ ਚਾਹੀਦੀ ਸੀ ਕਿ ਕਰਨਾ ਕੀ ਹੈ। ਸੋ ਹੈ ਵੀ ਸੱਚ, ਏਕੰਕਾਰ ਸਦਾ ਹੀ ਸੱਚ ਹੈ, ਜੋਤੀ ਸਦਾ ਹੀ ਸੱਚ ਹੈ, ਉਸ ਉੱਤੇ ਕਿਸੇ ਵੀ ਸਮੇਂ ਦਾ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਏਕੰਕਾਰ ਹਾਕਮ ਹੈ, ਰਾਜ ਹੈ। ਸੋ ਜਿਹੜੀ ਜੋਤ ਤੇ ਮਾਇਆ ਦਾ ਅਸਰ ਪਿਆ ਉਹ ਏਕੰਕਾਰ ਨਹੀਂ ਰਹੀ, ਭਾਵ ਕਿ ਜਿਹੜੀ ਜੋਤ ਦੇ ਅੰਦਰ ਭਰਮ ਪੈਦਾ ਹੋ ਗਿਆ ਉਹ ਸਾਬਤ ਨਹੀਂ ਰਹੀ, ਉਹ ਨਿਰੰਕਾਰ ਨਹੀਂ ਰਹੀ, ਉਹ ਕਾਰ ਰੂਪ ਚ ਆ ਗਈ, ਉਹ ਸਲਾਮਤ ਨਹੀਂ ਰਹੀ, ਅਖੰਡ ਹੋ ਗਈ, ਅਖੰਡ ਨਹੀਂ ਹੈ। ਭਾਵੇਂ ਹੈ ਸੱਚ ਸਰੂਪ ਵੀ, ਜਿਵੇਂ ਪਾਤਸ਼ਾਹ ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ। ਹੁਣ ਸੁੱਤਾ ਤਾਂ ਰਾਜਾ ਪਿਆ, ਪਰ ਰਾਜੇ ਨੇ ਕੀ ਕਰ ਲਿਆ? ਸੁਪਨਾ ਸ਼ੁਰੂ ਕਰ ਲਿਆ। ਹੈ ਰਾਜਾ, ਸੁਪਨੇ ਦੇ ਵਿੱਚ ਕੀ ਬਣ ਗਿਆ? ਭਿਖਾਰੀ ਬਣ ਗਿਆ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਨਰਪਤੀ ਹੈ, ਜਿਹੜਾ ਸਾਡਾ ਮੂਲ ਆ ਉਹ ਨਰ ਹੈ, ਉਹ ਪਤੀ ਕਿਹਦਾ? ਮਾਇਆ ਦਾ। ਮਾਇਆ ਉਹਦੀ ਦਾਸੀ ਹੈ, ਪਰ ਜਦੋਂ ਸੁਪਨੇ ਦੇ ਵਿੱਚ ਫੁਰਨਾ ਸ਼ੁਰੂ ਕਰ ਲਿਆ ਉਲਟ ਹੋ ਗਿਆ। ਮਾਇਆ ਜਿਹੜੀ ਪਤਨੀ ਸੀ ਉਹ ਪਤੀ ਦਾ ਰੂਪ ਧਾਰਨ ਕਰ ਗਈ, ਕਿਉਂਕਿ ਮਾਇਆ ਦਾ ਹੀ ਪ੍ਰਭਾਵ ਹੈ। ਕੌਣ ਵੱਡਾ? ਮਾਇਆ ਵਡਿਆਈ ਭਵ ਸਾਗਰ ਦੇ ਅੰਦਰ। ਫਿਰ ਸੱਚਖੰਡ ਚੋਂ ਆਵਾਜ਼ ਆਈ, ਸੋ ਵੱਡਾ ਜਿਨ ਰਾਮ ਲਿਵ ਲਾਈ। ਤੂੰ ਤਾਂ ਰਾਮ ਹੈ, ਤੂੰ ਆਪਣੇ ਨਾਲ ਜੁੜ, ਤੂੰ ਹੀ ਵੱਡਾ ਹੈ। ਮਾਇਆ ਤੇਰੀ ਦਾਸੀ ਹੈ, ਤੂੰ ਤਾਂ ਮਾਇਆ ਦੇ ਹੱਥੋਂ ਵਿਕ ਗਿਆ। ਤੂੰ ਤਾਂ ਧਰਮ ਦੇ ਵਿੱਚ ਵੀ ਹਰ ਇੱਕ ਕੰਮ 'ਚ ਮਾਇਆ ਮੂਹਰੇ ਸ਼ੁਰੂ ਕਰ ਲਈ। ਫਿਰ ਤੈਨੂੰ ਬ੍ਰਹਮ ਦੀ ਸੋਝੀ ਕਿੱਥੋਂ ਆਉਣੀ ਹੈ? ਮੂਹਰੇ ਬ੍ਰਹਮ ਨੂੰ ਕਰਨਾ ਸੀ, ਮਾਇਆ ਪਿੱਛੇ ਰੱਖਣੀ ਸੀ। ਤਾਂ ਹੀ ਹੇ ਮੇਰੇ ਮਨਾ, ਤੈਨੂੰ ਪਾਤਸ਼ਾਹ ਨੇ ਆਖਿਆ ਕਰਮ ਧਰਮ ਪਖੰਡ ਜੋ ਦਿਸੈ, ਤਿਨੀ ਜਮ ਜਗਾਤੀ ਲੂਟੈ। ਨਿਰਵਾਣ ਕੀ ਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਤੂੰ ਕਰਮ ਧਰਮ ਕਰਦਾ, ਤੇ 10ਵੇਂ ਪਾਤਸ਼ਾਹ ਕਹਿੰਦੇ ਧਰਮ ਕਰਮ ਅਨੁਰਾਗੋ। ਕਹਿੰਦੇ ਧਰਮ ਕਰਮ ਕਰੋ, ਫਿਰ ਅਨੁਰਾਗ ਹੋਊਗਾ, ਫਿਰ ਮਾਇਆ ਦੀਆਂ ਇੱਛਾ ਛੁੱਟਣਗੀਆਂ, ਫਿਰ ਮਾਇਆ ਤੋਂ ਪਰੇ ਜਾਓਗੇ। ਮੂਹਰੇ ਧਰਮ ਰੱਖ, ਮੂਹਰੇ ਸੱਚ ਰੱਖ, ਪਿੱਛੇ ਆਪਣੀ ਸੋਚ ਰੱਖ। ਹੁਣ ਕੀ ਹੈ? ਪਹਿਲਾਂ ਸੋਚ ਹੈ, ਬਾਅਦ ਚ ਧਰਮ ਹੈ। ਇਹ ਪਾਖੰਡ ਹੈ, ਇਹ ਆਤਮਾ ਤੇ ਪ੍ਰਾਤਮਾ ਨੂੰ ਇੱਕ ਨਹੀਂ ਹੋਣ ਦਿੰਦਾ, ਵਿਚਾਲੇ ਖੰਡ ਕਰ ਦਿੰਦਾ, ਦੋ ਹਿੱਸਿਆਂ 'ਚ ਕਰੀ ਰੱਖਦਾ। ਜਿੱਥੇ ਧਰਮ ਕਰਮ ਹੋਊਗਾ ਉੱਥੇ ਦੂਜਾ ਹਿੱਸਾ ਹੋ ਹੀ ਨਹੀਂ ਸਕਦਾ, ਇੱਕ ਰਹਿਣਾ ਪਊਗਾ। ਸੋ ਨਰਪਤ ਏਕ, ਇੱਕ ਹੀ ਹੈ ਕਹਿੰਦੇ ਤੂੰ, ਸਿੰਘਾਸਨ ਸੋਇਆ। ਹੁਕਮ ਤਾਂ ਤੇਰੇ ਅੰਦਰ ਵੀ ਹੈ, ਸੋਝੀ ਤੇਰੇ ਅੰਦਰ ਹੀ ਹੈ। ਤੂੰ ਸੱਚ ਨੂੰ ਪ੍ਰਾਪਤ ਕਰਕੇ ਵੀ ਸੁੱਤਾ ਪਿਆ, ਭਾਵ ਕਿ ਸੱਚ ਨੂੰ ਪ੍ਰਾਪਤ ਕਰਕੇ, ਸੱਚ ਨੂੰ ਜਾਣ ਕੇ ਵੀ ਤੂੰ ਸੱਚ ਨਹੀਂ ਕਹਿ ਸਕਦਾ। ਫਿਰ ਸੁਪਨੇ ਪਿਆ ਭਿਖਾਰੀ। ਸੁਪਨੇ ਦੇ ਵਿੱਚ ਕੀ ਹੋ ਗਿਆ? ਭਿਖਾਰੀ ਆ ਜਿਹੜਾ ਬਾਹਰਲਾ ਸਰੀਰ ਹੈ, ਭੇਖ ਹੀ ਹੈ, ਇਹ ਧਾਰਨ ਕਰ ਲਿਆ। ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸ ਕੀਨ, ਅੰਤ ਕਾਲ ਕਾਟੀ ਕਟਿਓ, ਵਾਸ ਨਰਕ ਮੋਲੀਨ ਹੈ। ਸਰੀਰ ਨਾਲ ਦੁਨੀਆ ਨੂੰ ਜੋੜਦਾ ਹੈ, ਸਰੀਰਾਂ ਦੇ ਨਾਲ ਹੀ
ਸਾਰਾ ਜੀਵਨ ਬਤੀਤ ਕਰਦਾ ਹੈ। ਸੋ ਸੁਪਨੇ ਪਿਆ ਭੇਖਾਰੀ, हे ਮੇਰੇ ਮਨ ਆਪਣੇ ਅੰਦਰ ਝਾਤੀ ਮਾਰ, ਅਛਤ ਰਾਜ ਵਿਸ਼ਰਤ ਦਖ ਪਾਇਆ, ਸੋ ਗਤ ਪਈ ਹਮਾਰੀ। ਸੋ ਹੈ ਰਾਜਾ, ਤੇ ਜਦੋਂ ਗੁਰਬਾਣੀ ਤੋਂ ਸੋਝੀ ਤੂੰ ਪ੍ਰਾਪਤ ਕਰ ਲੇਗਾ, ਫਿਰ ਤੂੰ ਜਾਗ ਜਾਵੇਂਗਾ, ਫਿਰ ਤੈਨੂੰ ਪਤਾ ਲੱਗ ਜੂਗਾ ਵੀ ਮੈਂ ਤਾਂ ਰਾਜਾ ਹੈ। ਪਰ ਜਿੰਨਾ ਚਿਰ ਮਾਇਆ ਦੀ ਇੱਛਾਵਾਂ ਨੇ ਸੁਪਨਾ ਹੈ, ਉਹਨਾਂ ਚਿਰ ਭਿਖਾਰੀ ਬਣ ਕੇ ਬਤੀਤ ਕਰੇਗਾ। ਕਰਨੀ ਜ਼ਿੰਦਗੀ ਉਹ ਬਤੀਤ ਹੈ। ਨਾਨਕ ਹੋਸੀ ਭੀ ਸੱਚ, ਨਾਨਕ ਜੀ ਪੂਰਨ ਬ੍ਰਹਮ ਹਨ। ਉਹ ਕਹਿ ਰਹੇ ਹਨ ਕਿ ਏਕੰਕਾਰ, ਕਿ ਜਿਹੜਾ ਪੂਰਨ ਬ੍ਰਹਮਾਂ ਦਾ ਸਮੂਹ ਹੈ, ਸੱਚਖੰਡ ਵਿੱਚ ਪਤਾ ਨਹੀਂ ਕਿੰਨੀਆਂ ਕੁ ਜੋਤਾਂ ਨੇ, ਉਹ ਸਾਰੀਆਂ ਇੱਕ ਨੇ। ਉਹ ਸਾਰੇ ਪੂਰਨ ਬ੍ਰਹਮ ਨੇ, ਸਾਰੇ ਸਤਿਗੁਰ ਨੇ, ਸਾਰੇ ਸਤਿਪੁਰਖ ਨੇ। ਸੋ ਉਹ ਸਾਰੇ ਹੀ ਆਖ ਰਹੇ ਹਨ। ਨਾਨਕ ਜੀ ਸਾਨੂੰ ਬੋਲਦੇ ਸੁਣਦੇ ਨੇ, ਜਦੋਂ ਸਰੀਰ ਕਰਕੇ ਸੀ, ਅੱਜ ਗੁਰਬਾਣੀ ਬੋਲਦੀ ਹੈ। ਉਸ ਵੇਲੇ ਗੁਰੂ ਨਾਨਕ ਸਾਹਿਬ ਬੋਲਦੇ ਸੀ ਜਾਂ ਸ੍ਰੀ ਕਬੀਰ ਸਾਹਿਬ ਜੀ ਬੋਲਦੇ ਸਨ, ਪਰ ਬੁਲਾਉਣ ਵਾਲਾ ਇਹਨਾਂ ਦੇ ਪਿੱਛੇ ਕੋਈ ਹੋਰ ਸੀ। ਉਹਨਾਂ ਦੇ ਨਾਲ ਇਕੱਠੇ ਬੋਲਦੇ ਸੀ ਸਾਰੇ ਰਲ ਕੇ, ਕਿ ਜਿਸ ਤਰ੍ਹਾਂ ਅਸੀਂ ਸੱਚ ਸਰੂਪ 'ਚ ਸਮਾਏ ਹਾਂ, ਭਾਵ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜਿਵੇਂ ਅਸੀਂ ਆਪਣੇ ਆਪ ਨੂੰ ਜਾਣਿਆ, ਤੁਹਾਨੂੰ ਵੀ ਉਸੇ ਤਰ੍ਹਾਂ ਹੀ ਜਾਣਨਾ ਪਵੇਗਾ। ਤੁਸੀਂ ਉਸੇ ਸੱਚ ਸਰੂਪ ਨੂੰ ਜਾਣੋ ਜੋ ਅਸੀਂ ਜਾਣਿਆ। ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ, ਤੁਸੀਂ ਵੀ ਆਪਣੇ ਅੰਦਰ ਝਾਤੀ ਮਾਰੋ, ਤੁਸੀਂ ਵੀ ਜੋਤ ਸਰੂਪ ਹੋ। ਸੋ ਉਸੇ ਤਰ੍ਹਾਂ ਦਾ ਹੀ ਸੱਚ ਸਰੂਪ ਤੁਸੀਂ ਬਣ ਜਾਓਗੇ। ਸੱਚ ਸਰੂਪ ਬਣਨੇ ਤੋਂ ਬਿਨਾਂ ਤੁਸੀਂ ਸੱਚਖੰਡ 'ਚ ਨਹੀਂ ਜਾ ਸਕਦੇ। ਸੋ ਸੱਚ ਸਰੂਪ ਤਾਂ ਹੀ ਹੈ ਜੇ ਆਪਣੇ ਆਪੇ ਨੂੰ ਜਾਣਿਆ, ਜੇ ਆਪਣੇ ਆਪ ਨੂੰ ਪਛਾਣਿਆ। ਪਾਤਸ਼ਾਹ ਕਹਿੰਦੇ ਆਪ ਸਵਾਰੈ, ਆਪਣੇ ਆਪ ਨੂੰ ਸਵਾਰ ਲਾ। ਕਹਿੰਦੇ ਮੈਂ ਮਿਲਿਆ, ਸਮਝ ਲਈ ਮੈਂ ਮਿਲ ਗਿਆ। ਕਿਉਂਕਿ ਜਦੋਂ ਨੇ ਆਪਣੇ ਆਪ ਨੂੰ ਸਵਾਰਨੇ ਨੂੰ ਪਤਾ ਹੀ ਲੱਗ ਜਾਣਾ ਵੀ ਆਤਮ ਚੀਨ ਪ੍ਰਾਤਮ ਸੋਈ। ਆਤਮ ਹੈ, ਸਰਬ ਆਤਮ ਹੈ। ਕਹਿੰਦੇ ਤੂੰ ਹੀ ਹੈ ਸਭ ਕੁਛ, ਸਭ ਕਿਛ ਤੂੰ ਹੈ ਮੇਰੇ ਪਿਆਰੇ। ਪਰ ਹੇ ਮੇਰੇ ਮਨਾ, ਤੂੰ ਆਪਣੇ ਆਪ ਨੂੰ ਤਾਂ ਜਾਣਨਾ ਹੀ ਨਹੀਂ ਚਾਹੁੰਦਾ। ਸੋ ਮੈਂ ਮਿਲਿਆ, ਸੁੱਖ ਹੋਈ। ਫਿਰ ਜਦ ਤੂੰ ਮਿਲ ਜਾਏਗਾ ਆਪਣੇ ਆਪ ਨੂੰ, ਸਮਝ ਲਈ ਵੀ ਸੁੱਖ ਹੀ ਸੁੱਖ ਹੈ। ਹੁਕਮ ਹੀ ਹੁਕਮ ਹੈ, ਸਾਰੇ ਪਾਸੇ ਜੋਤ ਦਾ ਹੀ ਪਸਾਰਾ। ਸੋ ਆਪਣੀ ਸੋਚ ਜਿਹੜੀ ਹੈਗੀ, ਇੱਛਾ ਹੈਗੀ, ਉਹ ਛੱਡਣੀ ਪੈਂਦੀ ਹੈ। ਜਿਨ੍ਹਾਂ ਨੇ ਵੀ ਆਪਣੀ ਸੋਚ ਛੱਡੀ, ਆਪਣਾ ਭਾਣਾ ਛੱਡਿਆ, ਗੁਰ ਕੇ ਭਾਣੇ ਨੂੰ ਅੱਗੇ ਰੱਖਿਆ, ਉਹੀ ਸੱਚ ਸਰੂਪ ਨੂੰ ਜਾਣ ਸਕੇ ਨੇ। ਸੱਚ ਸਰੂਪ ਨੂੰ ਜਾਣ ਕੇ ਹੀ, ਆਪਣੇ ਨਿੱਜ ਸਰੂਪ ਨੂੰ ਜਾਣ ਕੇ ਹੀ ਸਦਾ ਲਈ ਸੱਚਖੰਡ ਵਿੱਚ ਵਾਸਾ ਹੋ ਜਾਂਦਾ ਹੈ। ਸੋ ਇੱਥੋਂ ਤੱਕ ਗੁਰਬਾਣੀ ਦਾ ਜਿਹੜਾ ਪਹਿਲਾ ਸ਼ਬਦ ਹੈ, ਇੱਕ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ, ਉਸ ਦੀ ਵਿਚਾਰ ਕੀਤੀ, ਗੁਰ ਕਿਰਪਾ ਦੁਆਰਾ ਕੀਤੀ ਹੈ। ਫਿਰ ਵੀ ਵਿਚਾਰ ਕਰਦੇ ਪਾਸੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਮੈਂ ਕੋਈ ਐਡਾ ਗਿਆਨੀ ਤਾਂ ਨਹੀਂ, ਗੁਨਾਹਗਾਰ ਹਾਂ, ਔਗੁਣਾਂ ਦਾ ਭਰਿਆ ਹੋਇਆ। ਸੰਗਤ ਵਿੱਚ ਰਲ ਕੇ ਇਸ ਤਰੀਕੇ ਨਾਲ ਵਿਚਾਰ ਤਾਂ ਕਰਦਾ ਹਾਂ ਕਿ ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੁਆਗਨ ਆਧਾਰੇ। ਸੋ ਮੇਰੇ ਉੱਪਰ ਵੀ ਕਿਰਪਾ ਹੋਵੇ, ਮੈਨੂੰ ਵੀ ਸੋਝੀ ਆਵੇ ਵੱਧ ਤੋਂ ਵੱਧ। ਹੋਰ ਜੇ ਕਿਸੇ ਗੁਰਮੁਖਾਂ ਕੋਲ ਗੁਰ ਕਿਰਪਾ ਹੈ, ਉਹ ਦਾਸ ਨਾਲ ਜ਼ਰੂਰ ਸਾਂਝੀ ਕਰਨ, ਤਾਂ ਕਿ ਸੰਗਤ ਦੇ ਵਿੱਚੋਂ ਸੱਚ ਦੀ ਹੋਰ ਵੀ ਜ਼ਿਆਦਾ ਪਕਿਆਈ ਹੋਵੇ, ਗੁਰਬਾਣੀ ਪ੍ਰਤੀ ਦ੍ਰਿੜਤਾ ਵਧੇ, ਸੋ ਜੀਵਨ ਜਿੱਤਿਆ ਜਾ ਸਕੇ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।